ਸਵਾਗਤ ਵੈਲਕਮ ਜੀ ਆਇਆਂ ਨੂੰ ਪਿਆਰੇ ਬੱਚਿਓ। ਮੈਂ ਹਰਕੇਵਲ ਸਿੰਘ ਐਸਐਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ। ਪਿਆਰੇ ਵਿਦਿਆਰਥੀਓ, ਅੱਜ ਜੋ ਆਪਾਂ ਵਿਸ਼ਾ ਸ਼ੁਰੂ ਕਰਨ ਲੱਗੇ ਹਾਂ ਉਹ ਹੈ ਕਲਾਸ 7ਵੀਂ ਸ਼੍ਰੇਣੀ ਦਾ ਸਮਾਜਿਕ ਵਿਗਿਆਨ ਦਾ ਇਤਿਹਾਸ ਭਾਗ ਦੇ ਵਿੱਚੋਂ ਪਾਠ ਨੰਬਰ 14 ਮੁਗਲ ਸਾਮਰਾਜ ਭਾਗ ਦੂਜਾ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਪਾਠ ਦੇ ਪਹਿਲੇ ਭਾਗ ਦੇ ਵਿੱਚ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਤੇ ਪੜ੍ਹ ਚੁੱਕੇ ਹੋਵੋਗੇ ਕਿ ਮੁਗਲ ਕੌਣ ਸਨ, ਉਹ ਕਿੱਥੋਂ ਆਏ ਸਨ ਅਤੇ ਉਹਨਾਂ ਦਾ ਪਹਿਲਾ ਰਾਜਾ ਕੌਣ ਸੀ। ਹੁਣ ਤੱਕ ਤੁਸੀਂ ਇਹ ਪੜ੍ਹ ਚੁੱਕੇ ਹੋ ਕਿ ਬਾਬਰ, ਹਮਾਯੂ ਅਤੇ ਅਕਬਰ, ਉਹਨਾਂ ਦਾ ਰਾਜਕਾਲ ਕਿੰਨਾ ਸੀ, ਉਹਨਾਂ ਦੀਆਂ ਜਿੱਤਾਂ ਕਿੱਥੇ ਕਿੱਥੇ ਹੋਈਆਂ। ਇਸ ਤੋਂ ਇਲਾਵਾ ਅਕਬਰ ਦਾ ਸ਼ਾਸਨ ਪ੍ਰਬੰਧ, ਭੂਮੀ ਲਗਾਨ ਪ੍ਰਣਾਲੀ, ਮਨਸਬਦਾਰ ਪ੍ਰਣਾਲੀ ਬਾਰੇ ਵੀ ਤੁਸੀਂ ਪੜ੍ਹ ਅਤੇ ਸਮਝ ਚੁੱਕੇ ਹੋਵੋਗੇ। ਅੱਜ ਆਪਾਂ ਇਸ ਪੀਰੀਅਡ ਦੇ ਵਿੱਚ ਅਕਬਰ ਤੋਂ ਅਗਲਾ ਬਾਦਸ਼ਾਹ ਜੋ ਬਾਦਸ਼ਾਹ ਜਹਾਂਗੀਰ ਹੋਇਆ ਹੈ, ਬਾਦਸ਼ਾਹ ਜਹਾਂਗੀਰ ਤੋਂ ਲੈ ਕੇ ਆਖਰੀ ਮੁਗਲ ਸ਼ਾਸਕ ਤੱਕ ਪੜ੍ਹਾਂਗੇ ਅਤੇ ਸਮਝਾਂਗੇ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਮੇਰੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣੋਗੇ ਅਤੇ ਨਾਲੋਂ ਨਾਲ ਆਪੋ ਆਪਣੀਆਂ ਨੋਟਬੁੱਕਸ ਦੇ ਵਿੱਚ ਜ਼ਰੂਰੀ ਨੋਟਿਸ ਵੀ ਕਰੋਗੇ। ਬਾਦਸ਼ਾਹ ਜਹਾਂਗੀਰ। ਜਹਾਂਗੀਰ 1605 ਈਸਵੀ ਵਿੱਚ ਅਕਬਰ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਮੁਗਲ ਰਾਜ ਗੱਦੀ ਉੱਤੇ ਬੈਠਾ। ਉਸਨੇ 1605 ਈਸਵੀ ਤੋਂ ਲੈ ਕੇ 1627 ਈਸਵੀ ਤੱਕ ਰਾਜ ਕੀਤਾ। ਜਹਾਂਗੀਰ ਦੀਆਂ ਜਿੱਤਾਂ। ਜਹਾਂਗੀਰ ਨੇ ਮੁਗਲ ਸਾਮਰਾਜ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਦਮਨ ਕੀਤਾ। ਉਸ ਤੋਂ ਪਿੱਛੋਂ ਉਸਨੇ ਬੰਗਾਲ ਅਤੇ ਅਵਧ ਨੂੰ ਮੁਗਲਾਂ ਦੇ ਕਬਜ਼ੇ ਵਿੱਚ ਕੀਤਾ। 1613 ਈਸਵੀ ਵਿੱਚ ਉਸਨੇ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਲੜਾਈ ਵਿੱਚ ਹਰਾਇਆ, ਪਰੰਤੂ ਉਸਨੇ ਇਸ ਲੜਾਈ ਤੋਂ ਬਾਅਦ ਰਾਣਾ ਅਮਰ ਸਿੰਘ ਨੂੰ ਉਸ ਦੇ ਇਲਾਕਿਆਂ 'ਤੇ ਰਾਜ ਕਰਨ ਦਾ ਅਧਿਕਾਰ ਇਸ ਸ਼ਰਤ 'ਤੇ ਦੇ ਦਿੱਤਾ ਕਿ ਉਹ ਮੁਗਲ ਬਾਦਸ਼ਾਹ ਪ੍ਰਤੀ ਵਫਾਦਾਰ ਰਹੇਗਾ। 1620 ਈਸਵੀ ਵਿੱਚ ਜਹਾਂਗੀਰ ਨੇ ਕਾਂਗੜੇ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ਸੀ। ਜਹਾਂਗੀਰ ਨੇ ਦੱਖਣ ਵਿੱਚ ਵੀ ਮੁਗਲਾਂ ਦੇ ਪ੍ਰਭਾਵ ਦਾ ਵਿਸਥਾਰ ਕਰਨ ਲਈ ਅਹਿਮਦਨਗਰ ਦੇ ਕਿਲ੍ਹੇ ਨੂੰ ਜਿੱਤ ਲਿਆ, ਪਰੰਤੂ ਅਹਿਮਦਨਗਰ ਦੇ ਸੈਨਾਪਤੀ ਮਲਿਕ ਐਬਰ ਨੇ ਦੱਖਣ ਦੇ ਇਲਾਕੇ ਜਿੱਤਣ ਲਈ ਮੁਗਲਾਂ ਦਾ ਵਿਰੋਧ ਕੀਤਾ। ਇਰਾਨੀਆਂ ਨੇ ਅਫਗਾਨਿਸਤਾਨ ਵਿੱਚ ਕੰਧਾਰ ਦਾ ਇਲਾਕਾ ਜਹਾਂਗੀਰ ਪਾਸੋਂ ਖੋਹ ਲਿਆ। ਹੁਣ ਤੱਕ ਆਪਾਂ ਜਿੰਨਾ ਪੜ੍ਹ ਚੁੱਕੇ ਹਾਂ ਉਸ ਦੇ ਵਿੱਚੋਂ ਕੁਝ ਅਭਿਆਸੀ ਪ੍ਰਸ਼ਨ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ, ਮੁਗਲ ਬਾਦਸ਼ਾਹ ਜਹਾਂਗੀਰ ਗੱਦੀ 'ਤੇ ਕਦੋਂ ਬੈਠਿਆ? 1601, 1603, 1605 ਜਾਂ 1607 ਈਸਵੀ। ਪ੍ਰਸ਼ਨ ਨੰਬਰ 2, ਖੁਸਰੋ ਜਹਾਂਗੀਰ ਦਾ ਕੀ ਲੱਗਦਾ ਸੀ? ਪਿਓ, ਪੁੱਤਰ, ਭਰਾ, ਭਤੀਜਾ। ਰਾਣਾ ਅਮਰ ਸਿੰਘ ਕਿੱਥੋਂ ਦਾ ਸ਼ਾਸਕ ਸੀ? ਮੇਵਾੜ, ਬੁੰਦੇਲਖੰਡ, ਕਾਂਗੜਾ ਜਾਂ ਅਹਿਮਦਨਗਰ। ਜਹਾਂਗੀਰ ਨੇ ਕਾਂਗੜੇ 'ਤੇ ਜਿੱਤ ਕਦੋਂ ਪ੍ਰਾਪਤ ਕੀਤੀ? 1618, 1620, 1622 ਜਾਂ 1624 ਈਸਵੀ। ਪ੍ਰਸ਼ਨ ਨੰਬਰ 5, ਕੰਧਾਰ ਦਾ ਇਲਾਕਾ ਕਿਹਨਾਂ ਨੇ ਜਹਾਂਗੀਰ ਤੋਂ ਖੋਇਆ? ਆਪਸ਼ਨ ਨੇ ਅਫਗਾਨੀਆਂ, ਇਰਾਨੀਆਂ, ਇਰਾਕੀਆਂ ਜਾਂ ਤੁਰਕਾਂ ਨੇ। ਆਓ ਬੱਚਿਓ ਆਪਾਂ ਇਸ ਨੂੰ ਚੈੱਕ ਕਰਦੇ ਹਾਂ ਕਿ ਕੀ ਤੁਹਾਡਾ ਜਵਾਬ ਸਹੀ ਹੈ।
ਮੁਗਲ ਬਾਦਸ਼ਾਹ ਜਹਾਂਗੀਰ 1605 ਈਸਵੀ ਨੂੰ ਗੱਦੀ 'ਤੇ ਬੈਠਿਆ। ਖੁਸਰੋ ਜਹਾਂਗੀਰ ਦਾ ਪੁੱਤਰ ਲੱਗਦਾ ਸੀ। ਰਾਣਾ ਅਮਰ ਸਿੰਘ ਮੇਵਾੜ ਦਾ ਸ਼ਾਸਕ ਸੀ। ਜਹਾਂਗੀਰ ਨੇ ਕਾਂਗੜੇ 'ਤੇ 1620 ਈਸਵੀ ਨੂੰ ਜਿੱਤ ਪ੍ਰਾਪਤ ਕੀਤੀ। ਕੰਧਾਰ ਦਾ ਇਲਾਕਾ ਇਰਾਨੀਆਂ ਨੇ ਜਹਾਂਗੀਰ ਤੋਂ ਖੋਇਆ। ਆਓ ਬੱਚਿਓ, ਹੁਣ ਆਪਾਂ ਜਹਾਂਗੀਰ ਦੀ ਬੇਗਮ ਨੂਰ ਜਹਾਂ ਬਾਰੇ ਜਾਣਦੇ ਹਾਂ। ਜਹਾਂਗੀਰ ਦੇ ਦਰਬਾਰ 'ਤੇ ਨੂਰ ਜਹਾਂ ਦਾ ਪ੍ਰਭਾਵ। ਸੰਨ 1611 ਈਸਵੀ ਵਿੱਚ ਜਹਾਂਗੀਰ ਨੇ ਨੂਰ ਜਹਾਂ ਨਾਲ ਸ਼ਾਦੀ ਕਰਵਾਈ। ਉਹ ਬਹੁਤ ਸੁੰਦਰ ਅਤੇ ਬੁੱਧੀਮਾਨ ਇਸਤਰੀ ਸੀ। ਉਹ ਬਹੁਤ ਅਭਿਲਾਸ਼ੀ ਅਤੇ ਰਾਜ ਦੇ ਸ਼ਾਸਨ ਪ੍ਰਬੰਧ ਵਿੱਚ ਦਿਲਚਸਪੀ ਰੱਖਦੀ ਸੀ। ਜਹਾਂਗੀਰ ਮਹੱਤਵਪੂਰਨ ਰਾਜਸੀ ਮਸਲਿਆਂ ਵਿੱਚ ਉਸ ਦੀ ਸਲਾਹ ਲੈਂਦਾ ਸੀ। ਇੱਕ ਵਾਰ ਕੀ ਹੋਇਆ ਕਿ ਜਹਾਂਗੀਰ ਲੰਬਾ ਸਮਾਂ ਬਿਮਾਰ ਹੋ ਗਿਆ ਤਾਂ ਉਸ ਦੀ ਰਾਣੀ ਨੂਰ ਜਹਾਂ ਨੇ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਚਲਾਇਆ। ਉਸ ਦੇ ਨਾਂ 'ਤੇ ਸ਼ਾਹੀ ਫਰਮਾਨ ਵੀ ਜਾਰੀ ਕੀਤੇ ਗਏ। ਇੱਥੋਂ ਤੱਕ ਕਿ ਜਹਾਂਗੀਰ ਅਤੇ ਨੂਰ ਜਹਾਂ ਦੇ ਨਾਂ 'ਤੇ ਸਾਂਝੇ ਸਿੱਕੇ ਵੀ ਜਾਰੀ ਕੀਤੇ ਗਏ। ਆਓ ਹੁਣ ਆਪਾਂ ਇਸ ਭਾਗ ਦੀ ਪ੍ਰਸ਼ਨੋਤਰੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਹੀ ਜਾਂ ਗਲਤ ਦੱਸੋ। ਜਹਾਂਗੀਰ ਦਾ ਵਿਆਹ ਨੂਰ ਜਹਾਂ ਨਾਲ 1622 ਈਸਵੀ ਵਿੱਚ ਹੋਇਆ। ਕੀ ਇਹ ਸਹੀ ਹੈ ਜਾਂ ਗਲਤ? ਨੂਰ ਜਹਾਂ ਬਹੁਤ ਸੁੰਦਰ ਅਤੇ ਬੁੱਧੀਮਾਨ ਇਸਤਰੀ ਸੀ। ਕੀ ਇਹ ਸਹੀ ਹੈ ਜਾਂ ਗਲਤ? ਨੂਰ ਜਹਾਂ ਸ਼ਾਸਨ ਪ੍ਰਬੰਧ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦੀ ਸੀ। ਕੀ ਇਹ ਗੱਲ ਸਹੀ ਹੈ ਜਾਂ ਗਲਤ? ਨੂਰ ਜਹਾਂ ਨੇ ਜਹਾਂਗੀਰ ਦੇ ਬਿਮਾਰ ਹੋਣ 'ਤੇ ਸ਼ਾਸਨ ਪ੍ਰਬੰਧ ਵੀ ਚਲਾਇਆ। ਸਹੀ ਜਾਂ ਗਲਤ? ਜਹਾਂਗੀਰ ਨੇ ਸਿਰਫ ਨੂਰ ਜਹਾਂ ਦੇ ਨਾਮ 'ਤੇ ਹੀ ਸਿੱਕੇ ਜਾਰੀ ਕੀਤੇ। ਕੀ ਇਹ ਗੱਲ ਸਹੀ ਹੈ ਜਾਂ ਗਲਤ? ਆਓ ਬੱਚਿਓ, ਹੁਣ ਆਪਾਂ ਇਹਨਾਂ ਦਾ ਸਹੀ ਉੱਤਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਹਾਂਗੀਰ ਦਾ ਵਿਆਹ ਨੂਰ ਜਹਾਂ ਨਾਲ 1622 ਈਸਵੀ ਵਿੱਚ ਹੋਇਆ। ਇਹ ਗਲਤ ਜਵਾਬ ਹੈ ਬੱਚਿਓ, ਕਿਉਂਕਿ ਉਹਦਾ ਵਿਆਹ ਸੰਨ 1611 ਈਸਵੀ ਵਿੱਚ ਹੋਇਆ ਸੀ। ਨੂਰ ਜਹਾਂ ਬਹੁਤ ਸੁੰਦਰ ਅਤੇ ਬੁੱਧੀਮਾਨ ਇਸਤਰੀ ਸੀ। ਇਸ ਦਾ ਜਵਾਬ ਬਿਲਕੁਲ ਸਹੀ ਹੈ। ਨੂਰ ਜਹਾਂ ਸ਼ਾਸਨ ਪ੍ਰਬੰਧ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਲੈਂਦੀ ਸੀ। ਗਲਤ, ਕਿਉਂਕਿ ਉਹ ਸ਼ਾਸਨ ਪ੍ਰਬੰਧ ਬਹੁਤ ਦਿਲਚਸਪੀ ਨਾਲ ਚਲਾਉਂਦੀ ਸੀ। ਨੂਰ ਜਹਾਂ ਨੇ ਜਹਾਂਗੀਰ ਦੇ ਬਿਮਾਰ ਹੋਣ 'ਤੇ ਸ਼ਾਸਨ ਪ੍ਰਬੰਧ ਵੀ ਚਲਾਇਆ। ਬਿਲਕੁਲ ਸਹੀ ਉੱਤਰ। ਤੇ ਆਖਰੀ ਕਿ ਜਹਾਂਗੀਰ ਨੇ ਸਿਰਫ ਨੂਰ ਜਹਾਂ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ। ਗਲਤ, ਕਿਉਂਕਿ ਜਹਾਂਗੀਰ ਨੇ ਸਿਰਫ ਨੂਰ ਜਹਾਂ ਦੇ ਨਾਮ 'ਤੇ ਹੀ ਨਹੀਂ ਸਗੋਂ ਆਪਣੇ ਨਾਮ 'ਤੇ ਵੀ ਸਿੱਕੇ ਜਾਰੀ ਕੀਤੇ, ਜਿਨ੍ਹਾਂ ਦੀ ਤਸਵੀਰ ਤੁਸੀਂ ਇਸ ਸਲਾਈਡ ਦੇ ਵਿੱਚ ਦੇਖ ਵੀ ਰਹੇ ਹੋ। ਇਸ ਤੋਂ ਉੱਪਰ ਨੂਰ ਜਹਾਂ ਦੀ ਤਸਵੀਰ ਵੀ ਤੁਸੀਂ ਦੇਖ ਰਹੇ ਹੋ। ਜਹਾਂਗੀਰ ਤੋਂ ਅਗਲਾ ਬਾਦਸ਼ਾਹ ਜੋ ਆਇਆ ਉਸ ਦਾ ਨਾਮ ਸੀ ਸ਼ਾਹਜਹਾਂ। ਸ਼ਾਹਜਹਾਂ ਆਪਣੇ ਪਿਤਾ ਜਹਾਂਗੀਰ ਦੀ ਮੌਤ ਤੋਂ ਪਿੱਛੋਂ 1628 ਈਸਵੀ ਵਿੱਚ ਰਾਜ ਗੱਦੀ ਉੱਤੇ ਬੈਠਾ। ਉਸ ਨੂੰ ਬੁੰਦੇਲਖੰਡ ਅਤੇ ਦੱਖਣ ਵਿੱਚ ਬਹੁਤ ਸਾਰੇ ਵਿਦਰੋਹਾਂ ਦਾ ਟਾਕਰਾ ਕਰਨਾ ਪਿਆ। 1628 ਈਸਵੀ ਵਿੱਚ ਬੁੰਦੇਲਖੰਡ ਦੇ ਸ਼ਾਸਕ ਰਾਜਾ ਜੁਝਾਰ ਸਿੰਘ ਨੇ ਸ਼ਾਹਜਹਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ, ਪਰੰਤੂ ਉਹ ਹਾਰ ਗਿਆ। ਉਸਨੇ 1635 ਈਸਵੀ ਵਿੱਚ ਦੁਬਾਰਾ ਵਿਦਰੋਹ ਕਰ ਦਿੱਤਾ ਅਤੇ ਮੁਗਲਾਂ ਦੁਆਰਾ ਹੋਈ ਲੜਾਈ ਦੇ ਵਿੱਚ ਰਾਜਾ ਜੁਝਾਰ ਸਿੰਘ ਮਾਰਿਆ ਗਿਆ। 1633 ਈਸਵੀ ਵਿੱਚ
ਸ਼ਾਹਜਹਾਂ ਨੇ ਦੱਖਣ ਵਿੱਚ ਅਹਿਮਦਨਗਰ ਉੱਤੇ ਹਮਲਾ ਕਰਕੇ ਉਸ ਨੂੰ ਮੁਗਲ ਸਾਮਰਾਜ ਵਿੱਚ ਮਿਲਾ ਲਿਆ। ਬੀਜਾਪੁਰ ਅਤੇ ਗੋਲਕੁੰਡਾ ਸੁਤੰਤਰ ਰਾਜਾਂ ਨੇ ਵੀ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ ਅਤੇ ਸ਼ਾਂਤੀ ਸੰਧੀ 'ਤੇ ਦਸਤਖਤ ਕਰ ਦਿੱਤੇ। ਇਸ ਤੋਂ ਪਹਿਲਾਂ ਸ਼ਾਹਜਹਾਂ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਆਗਰਾ ਦੇ ਵਿੱਚ ਯਮੁਨਾ ਨਦੀ ਦੇ ਕਿਨਾਰੇ ਬਹੁਤ ਵਿਸ਼ਵ ਪ੍ਰਸਿੱਧ ਇਮਾਰਤ ਬਣਵਾਈ, ਜਿਸ ਨੂੰ ਤਾਜ ਮਹਿਲ ਆਖਿਆ ਜਾਂਦਾ ਹੈ। 1675 ਈਸਵੀ ਵਿੱਚ ਸ਼ਾਹਜਹਾਂ ਬਿਮਾਰ ਪੈ ਗਿਆ ਅਤੇ ਉਸ ਦੇ ਪੁੱਤਰਾਂ ਵਿੱਚ ਰਾਜ ਗੱਦੀ ਲੈਣ ਲਈ ਆਪਸ ਵਿੱਚ ਸੰਘਰਸ਼ ਸ਼ੁਰੂ ਹੋ ਗਿਆ, ਪਰੰਤੂ ਉਸ ਦੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਔਰੰਗਜ਼ੇਬ ਨੇ ਇਸ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਉਸ ਨੇ ਜਿੱਤਣ ਤੋਂ ਬਾਅਦ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਦੇ ਵਿੱਚ ਕੈਦ ਕਰ ਲਿਆ ਅਤੇ ਆਪ ਬਾਦਸ਼ਾਹ ਬਣ ਗਿਆ। ਆਓ ਹੁਣ ਆਪਾਂ ਸ਼ਾਹਜਹਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਅਤੇ ਉਸ ਦੇ ਰਾਜ ਭਾਗ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਨੂੰ ਬਿਲਕੁਲ ਧਿਆਨ ਨਾਲ ਸੁਣਨਾ ਹੈ ਤੁਸੀਂ, ਅਤੇ ਉਸ ਦੇ ਜੋ ਆਪਸ਼ਨ ਦਿੱਤੇ ਗਏ ਨੇ ਉਹਨਾਂ ਨੂੰ ਪੂਰੇ ਧਿਆਨ ਨਾਲ ਦੇਖਦੇ ਹੋਏ ਸੁਣਦੇ ਹੋਏ ਸਹੀ ਉੱਤਰ ਦੇਣ ਦੀ ਕੋਸ਼ਿਸ਼ ਕਰਨੀ ਹੈ। ਪ੍ਰਸ਼ਨ ਨੰਬਰ 1, ਸ਼ਾਹਜਹਾਂ ਜਹਾਂਗੀਰ ਦਾ ਕੀ ਲੱਗਦਾ ਸੀ? ਭਰਾ, ਭਤੀਜਾ, ਪੁੱਤਰ ਜਾਂ ਸੈਨਾਪਤੀ? ਸ਼ਾਹਜਹਾਂ ਗੱਦੀ 'ਤੇ ਕਦੋਂ ਬੈਠਿਆ? 1626 ਈਸਵੀ ਜਾਂ 1628 ਈਸਵੀ ਜਾਂ 1630 ਈਸਵੀ ਅਤੇ ਜਾਂ 1632 ਈਸਵੀ? ਪ੍ਰਸ਼ਨ ਨੰਬਰ 3, ਬੁੰਦੇਲਖੰਡ ਦੇ ਰਾਜੇ ਦਾ ਨਾਮ ਕੀ ਸੀ? ਆਪਸ਼ਨ ਨੰਬਰ 1 ਜੈਪਾਲ ਸਿੰਘ, ਨੰਬਰ 2 ਅਮਰ ਸਿੰਘ, ਨੰਬਰ 3 ਜੁਝਾਰ ਸਿੰਘ ਜਾਂ ਨੰਬਰ 4 ਅਜੇ ਸਿੰਘ? ਪ੍ਰਸ਼ਨ ਨੰਬਰ 4, ਰਾਜਾ ਜੁਝਾਰ ਸਿੰਘ ਮੁਗਲਾਂ ਹੱਥੋਂ ਕਦੋਂ ਮਾਰਿਆ ਗਿਆ? 1630 ਈਸਵੀ, 1635 ਈਸਵੀ, 1640 ਈਸਵੀ ਜਾਂ 1637 ਈਸਵੀ? ਪ੍ਰਸ਼ਨ ਨੰਬਰ 5, ਸ਼ਾਹਜਹਾਂ ਨੇ ਆਪਣੀ ਬੇਗਮ ਦੀ ਯਾਦ ਵਿੱਚ ਕੀ ਬਣਵਾਇਆ? ਆਪਸ਼ਨ ਨੇ ਨੰਬਰ 1 ਤਾਜ ਮਹਿਲ, ਨੰਬਰ 2 ਲਾਲ ਕਿਲ੍ਹਾ, ਨੰਬਰ 3 ਕੁਤਬ ਮੀਨਾਰ ਜਾਂ ਨੰਬਰ 4 ਸ਼ੀਸ਼ ਮਹਿਲ? ਪ੍ਰਸ਼ਨ ਨੰਬਰ 6, ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਕਿਸ ਸ਼ਹਿਰ ਦੇ ਕਿਲ੍ਹੇ ਵਿੱਚ ਕੈਦ ਕੀਤਾ? ਆਪਸ਼ਨ ਨੇ ਆਗਰਾ, ਦਿੱਲੀ, ਫਤਿਹਪੁਰ ਸੀਕਰੀ ਜਾਂ ਬੁੰਦੇਲਖੰਡ? ਉਮੀਦ ਹੈ ਤੁਸੀਂ ਧਿਆਨ ਨਾਲ ਪ੍ਰਸ਼ਨ ਸੁਣੇ ਹੋਣਗੇ। ਆਓ ਆਪਾਂ ਇਹਨਾਂ ਦੇ ਉੱਤਰ ਚੈੱਕ ਕਰ ਲਈਏ। ਸ਼ਾਹਜਹਾਂ ਜਹਾਂਗੀਰ ਦਾ ਪੁੱਤਰ ਲੱਗਦਾ ਸੀ। ਸ਼ਾਹਜਹਾਂ ਗੱਦੀ 'ਤੇ 1628 ਈਸਵੀ ਨੂੰ ਬੈਠਾ। ਬੁੰਦੇਲਖੰਡ ਦੇ ਰਾਜੇ ਦਾ ਨਾਮ ਜੁਝਾਰ ਸਿੰਘ ਸੀ। ਰਾਣਾ ਜੁਝਾਰ ਸਿੰਘ ਮੁਗਲਾਂ ਹੱਥੋਂ 1635 ਈਸਵੀ ਵਿੱਚ ਮਾਰਿਆ ਗਿਆ। ਸ਼ਾਹਜਹਾਂ ਨੇ ਆਪਣੀ ਬੇਗਮ ਦੀ ਯਾਦ ਵਿੱਚ ਤਾਜ ਮਹਿਲ ਬਣਾਇਆ। ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਆਗਰਾ ਦੇ ਕਿਲ੍ਹੇ ਵਿੱਚ ਕੈਦ ਕੀਤਾ। ਆਓ ਹੁਣ ਆਪਾਂ ਸ਼ਾਹਜਹਾਂ ਤੋਂ ਅਗਲੇ ਬਾਦਸ਼ਾਹ ਉਸ ਦੇ ਬੇਟੇ ਔਰੰਗਜ਼ੇਬ ਬਾਰੇ ਜਾਣਦੇ ਹਾਂ। ਔਰੰਗਜ਼ੇਬ 1658 ਤੋਂ 1707 ਈਸਵੀ। ਔਰੰਗਜ਼ੇਬ ਮੁਗਲ ਸਾਮਰਾਜ ਦਾ ਆਖਰੀ ਪ੍ਰਸਿੱਧ ਸ਼ਾਸਕ ਸੀ। ਉਸ ਨੇ 1658 ਈਸਵੀ ਤੋਂ ਲੈ ਕੇ 1707 ਈਸਵੀ ਤੱਕ ਸ਼ਾਸਨ ਕੀਤਾ। ਉਸ ਦੇ ਸਾਮਰਾਜ ਵਿੱਚ ਲਗਭਗ ਸਾਰਾ ਭਾਰਤ ਸ਼ਾਮਲ ਸੀ,
ਪਰੰਤੂ ਉਸ ਦਾ ਰਾਜਕਾਲ ਮੁਸੀਬਤਾਂ ਨਾਲ ਭਰਿਆ ਹੋਇਆ ਸੀ। 1669 ਈਸਵੀ ਵਿੱਚ ਮਥੁਰਾ, ਆਗਰਾ ਦੇ ਜੱਟਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਔਰੰਗਜ਼ੇਬ ਨੇ ਇਸ ਵਿਦਰੋਹ ਨੂੰ ਤਾਂ ਕੁਚਲ ਦਿੱਤਾ, ਪਰੰਤੂ ਜਾਟਾਂ ਨੇ ਮੁਗਲਾਂ ਦੇ ਵਿਰੁੱਧ ਲੜਾਈ ਜਾਰੀ ਰੱਖੀ। ਨਾਰਨੌਲ ਅਤੇ ਮੇਵਾੜ ਵਿੱਚ ਸਤਨਾਮੀਏ ਹਿੰਦੂ ਸਾਧੂਆਂ ਦੀ ਇੱਕ ਸੰਪਰਦਾਇ ਸੀ। ਇਹ ਸੰਪਰਦਾਇਆ, ਜਿਸ ਨੂੰ ਸਤਨਾਮੀਏ ਹਿੰਦੂ ਸਾਧੂ ਕਿਹਾ ਜਾਂਦਾ ਸੀ, ਉਹਨਾਂ ਦੀ ਹੱਤਿਆ ਨੇ ਸਤਨਾਮੀਆਂ ਨੂੰ ਮੁਗਲਾਂ ਦੇ ਵਿਰੁੱਧ ਵਿਦਰੋਹ ਕਰਨ ਲਈ ਮਜਬੂਰ ਕਰ ਦਿੱਤਾ। ਪਰੰਤੂ ਮੁਗਲਾਂ ਨੇ ਇਸ ਸਤਨਾਮੀਏ ਹਿੰਦੂ ਸਾਧੂਆਂ ਦੇ ਇਸ ਵਿਦਰੋਹ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ। ਔਰੰਗਜ਼ੇਬ ਦੀ ਕਠੋਰ ਭੂਮੀ ਸੁਧਾਰ ਨੀਤੀ ਕਾਰਨ ਬੁੰਦੇਲਖੰਡ ਦੇ ਬੁੰਦੇਲਾਂ ਨੇ ਵਿਦਰੋਹ ਕਰ ਦਿੱਤਾ। ਔਰੰਗਜ਼ੇਬ ਨੇ ਇਸ ਵਿਦਰੋਹ ਨੂੰ ਵੀ ਕੁਚਲ ਦਿੱਤਾ। ਇਸ ਤੋਂ ਇਲਾਵਾ ਔਰੰਗਜ਼ੇਬ ਦੇ ਵਿਰੁੱਧ ਰਾਜਪੂਤ, ਮਰਾਠਿਆਂ ਅਤੇ ਸਿੱਖਾਂ ਨੇ ਸ਼ਕਤੀਸ਼ਾਲੀ ਵਿਦਰੋਹ ਕਰ ਦਿੱਤੇ, ਜਿਨ੍ਹਾਂ ਨੂੰ ਕੁਚਲਣ ਲਈ ਔਰੰਗਜ਼ੇਬ ਨੂੰ ਬਹੁਤ ਸਮਾਂ ਲੱਗ ਗਿਆ। ਆਓ ਹੁਣ ਆਪਾਂ ਔਰੰਗਜ਼ੇਬ ਦੇ ਜੀਵਨ ਅਤੇ ਉਸ ਦੇ ਰਾਜਕਾਲ ਦੇ ਪਹਿਲੇ ਹਿੱਸੇ ਨਾਲ ਸੰਬੰਧਿਤ, ਜੋ ਆਪਾਂ ਪੜ੍ਹ ਅਤੇ ਸਮਝ ਚੁੱਕੇ ਹਾਂ, ਉਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਖਾਲੀ ਥਾਵਾਂ ਭਰੋ। ਔਰੰਗਜ਼ੇਬ ਮੁਗਲਾਂ ਦਾ ਡੈਸ਼ ਪ੍ਰਸਿੱਧ ਸ਼ਾਸਕ ਸੀ। ਔਰੰਗਜ਼ੇਬ ਨੇ ਡੈਸ਼ ਤੋਂ ਲੈ ਕੇ ਡੈਸ਼ ਤੱਕ ਰਾਜ ਕੀਤਾ। 1669 ਈਸਵੀ ਵਿੱਚ ਡੈਸ਼ ਤੇ ਡੈਸ਼ ਦੇ ਜੱਟਾਂ ਨੇ ਵਿਦਰੋਹ ਕਰ ਦਿੱਤਾ। ਨਾਰਨੌਲ ਤੇ ਮੇਵਾੜ ਵਿੱਚ ਡੈਸ਼ ਹਿੰਦੂ ਸਾਧੂਆਂ ਦੀ ਹੱਤਿਆ ਹੋਈ। ਭੂਮੀ ਸੁਧਾਰ ਨੀਤੀ ਕਾਰਨ ਡੈਸ਼ ਵਿੱਚ ਵਿਦਰੋਹ ਹੋਇਆ। ਰਾਜਪੂਤਾਂ ਨਾਲ ਬਹੁਤ ਡੈਸ਼ ਸਲੂਕ ਕੀਤਾ ਗਿਆ ਸੀ। ਉਮੀਦ ਹੈ ਤੁਸੀਂ ਇਹਨਾਂ ਦੇ ਜਵਾਬ ਨੋਟ ਕਰ ਲਏ ਹੋਣਗੇ, ਤੇ ਆਓ ਆਪਾਂ ਚੈੱਕ ਕਰੀਏ। ਔਰੰਗਜ਼ੇਬ ਮੁਗਲਾਂ ਦਾ ਆਖਰੀ ਪ੍ਰਸਿੱਧ ਸ਼ਾਸਕ ਸੀ। ਔਰੰਗਜ਼ੇਬ ਨੇ 1658 ਈਸਵੀ ਤੋਂ ਲੈ ਕੇ 1707 ਈਸਵੀ ਤੱਕ ਰਾਜ ਕੀਤਾ। 1669 ਈਸਵੀ ਵਿੱਚ ਮਥੁਰਾ ਤੇ ਆਗਰਾ ਦੇ ਜੱਟਾਂ ਨੇ ਵਿਦਰੋਹ ਕਰ ਦਿੱਤਾ। ਨਾਰਨੌਲ ਤੇ ਮੇਵਾੜ ਵਿੱਚ ਸਤਨਾਮੀਏ ਹਿੰਦੂ ਸਾਧੂਆਂ ਦੀ ਹੱਤਿਆ ਹੋਈ। ਭੂਮੀ ਸੁਧਾਰ ਨੀਤੀ ਕਾਰਨ ਬੁੰਦੇਲਖੰਡ ਵਿੱਚ ਵਿਦਰੋਹ ਹੋਇਆ। ਰਾਜਪੂਤਾਂ ਨਾਲ ਬਹੁਤ ਕਠੋਰ ਸਲੂਕ ਕੀਤਾ ਗਿਆ ਸੀ। ਆਓ ਹੁਣ ਆਪਾਂ ਔਰੰਗਜ਼ੇਬ ਦੇ ਵੱਖ-ਵੱਖ ਇਲਾਕਿਆਂ ਅਤੇ ਵੱਖ-ਵੱਖ ਫਿਰਕਿਆਂ ਨਾਲ ਸੰਬੰਧਾਂ ਬਾਰੇ ਜਾਣਦੇ ਹਾਂ। ਔਰੰਗਜ਼ੇਬ ਅਤੇ ਮਰਾਠੇ। ਸ਼ਿਵਾਜੀ ਦੀ ਅਗਵਾਈ ਹੇਠ ਮਰਾਠੇ ਮਹਾਰਾਸ਼ਟਰ ਦੀ ਮਹਾਨ ਸ਼ਕਤੀ ਬਣ ਗਏ ਸਨ, ਪਰੰਤੂ ਉਹ ਸਫਲ ਨਾ ਹੋਇਆ। 1674 ਈਸਵੀ ਵਿੱਚ ਸ਼ਿਵਾਜੀ ਨੇ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਘੋਸ਼ਿਤ ਕਰ ਦਿੱਤਾ। 1680 ਵਿੱਚ ਸ਼ਿਵਾਜੀ ਦੀ ਮੌਤ ਤੋਂ ਬਾਅਦ ਸ਼ੰਭਾਜੀ ਰਾਜਗੱਦੀ ਉੱਤੇ ਬੈਠਾ। ਉਸ ਸਮੇਂ ਮਰਾਠਿਆਂ ਅਤੇ ਮੁਗਲਾਂ ਦੇ ਵਿਚਕਾਰ ਸੰਘਰਸ਼ ਚੱਲ ਹੀ ਰਿਹਾ ਸੀ। 1686 ਈਸਵੀ ਵਿੱਚ ਔਰੰਗਜ਼ੇਬ ਨੇ ਬੀਜਾਪੁਰ ਅਤੇ 1687 ਈਸਵੀ ਵਿੱਚ ਗੋਲਕੁੰਡਾ 'ਤੇ ਅਧਿਕਾਰ ਕਰ ਲਿਆ। 1699 ਈਸਵੀ ਵਿੱਚ ਔਰੰਗਜ਼ੇਬ ਨੇ ਸ਼ੰਭਾਜੀ ਦੀ ਹੱਤਿਆ ਕਰ ਦਿੱਤੀ ਅਤੇ ਮਰਾਠਿਆਂ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। ਪਰ ਮਰਾਠਿਆਂ ਨੇ ਪਹਿਲਾਂ ਰਾਜਾ ਰਾਮ ਅਤੇ ਬਾਅਦ ਵਿੱਚ ਉਸ ਦੀ ਰਾਣੀ, ਜਿਸ ਦਾ ਨਾਮ ਤਾਰਾਬਾਈ ਸੀ, ਤਾਰਾਬਾਈ ਦੀ ਅਗਵਾਈ ਦੇ ਹੇਠ ਸੰਘਰਸ਼ ਨੂੰ ਜਾਰੀ ਰੱਖਿਆ। ਅਤੇ ਜਦੋਂ ਔਰੰਗਜ਼ੇਬ ਦੀ 1707 ਈਸਵੀ ਵਿੱਚ ਮੌਤ ਹੋ ਗਈ ਤਾਂ ਉਸ ਦੀ ਮੌਤ ਹੋ ਜਾਣ ਤੋਂ ਪਿੱਛੋਂ ਮਰਾਠਿਆਂ ਨੇ ਮੁਗਲਾਂ ਦੇ ਬਹੁਤ ਸਾਰੇ ਇਲਾਕਿਆਂ ਉੱਤੇ ਮੁੜ ਕਬਜ਼ਾ ਕਰ ਲਿਆ। ਅਤੇ ਆਓ ਹੁਣ ਆਪਾਂ ਔਰੰਗਜ਼ੇਬ ਅਤੇ ਮਰਾਠਿਆਂ ਦੇ ਸਬੰਧਾਂ ਬਾਰੇ ਪ੍ਰਸ਼ਨ ਉੱਤਰੀ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਸਹੀ ਜਾਂ ਗਲਤ ਦੱਸੋ।
ਪਹਿਲਾ, शिवाजी ਦੀ ਅਗਵਾਈ ਵਿੱਚ ਮਰਾਠੇ ਮਹਾਨ ਸ਼ਕਤੀ ਬਣੇ। ਕੀ ਇਹ ਗੱਲ ਸਹੀ ਹੈ ਜਾਂ ਗਲਤ? ਨੰਬਰ 2, शिवाजी ਦੀ ਮੌਤ ਤੋਂ ਬਾਅਦ ਤਾਰਾਬਾਈ ਗੱਦੀ ਉੱਤੇ ਬੈਠੀ। ਸਹੀ ਜਾਂ ਗਲਤ? ਸ਼ੰਭਾ ਜੀ ਨੂੰ ਕੈਦ ਕਰਕੇ ਮਰਾਠਿਆਂ ਦੇ ਇਲਾਕੇ 'ਤੇ ਕਬਜ਼ਾ ਕੀਤਾ। ਕੀ ਇਹ ਗੱਲ ਸਹੀ ਜਾਂ ਗਲਤ? ਤਾਰਾਬਾਈ ਦੇ ਪਤੀ ਦਾ ਨਾਮ ਰਾਜਾ ਰਾਮ ਸੀ। ਸਹੀ ਜਾਂ ਗਲਤ? ਔਰੰਗਜ਼ੇਬ ਦੀ ਮੌਤ 1707 ਈਸਵੀ ਵਿੱਚ ਹੋਈ। ਕੀ ਇਹ ਗੱਲ ਸਹੀ ਜਾਂ ਗਲਤ? ਆਓ ਆਪਾਂ ਇਸ ਦੇ ਉੱਤਰ ਜਾਣੀਏ। शिवाजी ਦੀ ਅਗਵਾਈ ਵਿੱਚ ਮਰਾਠੇ ਮਹਾਨ ਸ਼ਕਤੀ ਬਣੇ। ਬਿਲਕੁਲ ਸਹੀ। शिवाजी ਦੀ ਮੌਤ ਤੋਂ ਬਾਅਦ ਤਾਰਾਬਾਈ ਗੱਦੀ 'ਤੇ ਬੈਠੀ। ਗਲਤ ਜਵਾਬ, ਕਿਉਂਕਿ शिवाजी ਦੀ ਮੌਤ ਤੋਂ ਬਾਅਦ ਸ਼ੰਭੂ ਜੀ ਗੱਦੀ ਉੱਤੇ ਬੈਠੇ ਸਨ। ਸ਼ੰਭਾ ਜੀ ਨੂੰ ਕੈਦ ਕਰਕੇ ਮਰਾਠਿਆਂ ਦੇ ਇਲਾਕੇ 'ਤੇ ਕਬਜ਼ਾ ਕੀਤਾ। ਗਲਤ ਜਵਾਬ, ਕਿਉਂਕਿ ਸ਼ੰਭਾ ਜੀ ਦੀ ਹੱਤਿਆ ਹੋ ਗਈ ਸੀ। ਉਹਦੀ ਹੱਤਿਆ ਹੋਣ ਤੋਂ ਬਾਅਦ ਮਰਾਠਿਆਂ ਦੇ ਇਲਾਕੇ ਉੱਤੇ ਔਰੰਗਜ਼ੇਬ ਨੇ ਕਬਜ਼ਾ ਕੀਤਾ ਸੀ। ਤਾਰਾਬਾਈ ਦੇ ਪਤੀ ਦਾ ਨਾਮ ਰਾਜਾ ਰਾਮ ਸੀ। ਬਿਲਕੁਲ ਸਹੀ। ਔਰੰਗਜ਼ੇਬ ਦੀ ਮੌਤ 1707 ਵਿੱਚ ਹੋਈ। ਬਿਲਕੁਲ ਸਹੀ ਜਵਾਬ। ਔਰੰਗਜ਼ੇਬ ਅਤੇ ਮਰਾਠਿਆਂ ਦੇ ਸਬੰਧਾਂ ਤੋਂ ਬਾਅਦ ਆਓ ਆਪਾਂ ਜਾਣੀਏ ਕਿ ਔਰੰਗਜ਼ੇਬ ਦੇ ਸਿੱਖਾਂ ਨਾਲ ਕਿਹੋ ਜਿਹੇ ਸਬੰਧ ਰਹੇ। ਔਰੰਗਜ਼ੇਬ ਅਤੇ ਸਿੱਖ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੋ ਕਿ ਸਿੱਖਾਂ ਦੇ 8ਵੇਂ ਗੁਰੂ ਹੋਏ ਸਨ, ਉਹਨਾਂ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਬਣੇ। ਉਹਨਾਂ ਨੇ ਔਰੰਗਜ਼ੇਬ ਦੀ ਹਿੰਦੂਆਂ ਵਿਰੁੱਧ ਧਾਰਮਿਕ ਨੀਤੀ ਦਾ ਵਿਰੋਧ ਕੀਤਾ, ਕਿਉਂਕਿ ਔਰੰਗਜ਼ੇਬ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਨ ਵਾਸਤੇ ਮਜਬੂਰ ਕਰ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੇ ਧਰਮ ਦੀ ਆਜ਼ਾਦੀ ਅਤੇ ਰੱਖਿਆ ਲਈ ਔਰੰਗਜ਼ੇਬ ਦੇ ਕੋਲ ਆਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਮੁਸਲਮਾਨ ਬਣ ਜਾਣ ਲਈ ਕਿਹਾ, ਪਰੰਤੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਸਲਮਾਨ ਬਣਨ ਤੋਂ ਬਿਲਕੁਲ ਨਾ ਕਰ ਦਿੱਤੀ। ਇਸ ਕਰਕੇ ਗੁਰੂ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ ਅਤੇ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਬਣੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੁਜ਼ਦਿਲ ਅਤੇ ਡਰਪੋਕ ਹੋ ਚੁੱਕੀ ਮਾਨਵਤਾ ਵਿੱਚ ਸੂਰਬੀਰਤਾ ਦਾ ਜਜ਼ਬਾ ਪੈਦਾ ਕਰਨ ਲਈ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ। ਬਹੁਤ ਸਾਰੇ ਲੋਕਾਂ ਦੇ ਵਿੱਚੋਂ ਉਹਨਾਂ ਨੇ 5 ਲੋਕਾਂ ਨੂੰ 5 ਪਿਆਰੇ ਸਾਜ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਉਸ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਚਮਕੌਰ ਦੀ ਲੜਾਈ ਹੋਈ। ਇਸ ਲੜਾਈ ਵਿੱਚ ਗੁਰੂ ਜੀ ਦੇ 2 ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ, ਜੋ ਕਿ ਦੋਵੇਂ ਵੱਡੇ ਸਾਹਿਬਜ਼ਾਦੇ ਸਨ, ਉਹ ਇਸ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਉਹਨਾਂ ਨੂੰ ਜਿਉਂਦੇ ਹੀ ਸਰਹਿੰਦ ਦੇ ਵਿੱਚ ਕੰਧਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਬਹਾਦਰ ਸ਼ਾਹ ਨੇ ਸਿੱਖਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਲਏ। ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਦੇ ਕਹਿਣ 'ਤੇ ਇੱਕ ਪਠਾਨ ਨੇ ਗੁਰੂ ਜੀ ਨੂੰ ਦਾਤਨ ਕਰਦੇ ਹੋਏ ਉਹਨਾਂ ਤੋਂ ਪਿੱਛੇ ਆ ਕੇ ਉਹਨਾਂ ਦੇ ਵਿੱਚ ਵੱਖੀ ਦੇ ਵਿੱਚ ਛੁਰਾ ਖੋਭ ਦਿੱਤਾ ਅਤੇ ਗੁਰੂ ਜੀ
सख्त ਜ਼ਖਮੀ ਹੋ ਗਏ ਤੇ ਇਸ ਜ਼ਖਮ ਕਰਕੇ ਗੁਰੂ ਜੀ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਵਿਰੁੱਧ ਸੰਘਰਸ਼ ਜਾਰੀ ਰੱਖਿਆ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਔਰੰਗਜ਼ੇਬ ਅਤੇ ਸਿੱਖਾਂ ਦੇ ਸਬੰਧਾਂ ਬਾਰੇ ਬਹੁਤ ਚੰਗੀ ਤਰ੍ਹਾਂ ਸੁਣਿਆ ਅਤੇ ਸਮਝਿਆ ਹੋਵੇਗਾ। ਆਓ ਆਪਾਂ ਇਸ ਭਾਗ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਹੱਲ ਕਰੀਏ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਲੜਾਈ ਦੇ ਵਿੱਚ ਮੁਗਲਾਂ ਨਾਲ ਲੜ ਰਹੇ ਹਨ ਅਤੇ ਉਸ ਤੋਂ ਹੇਠਾਂ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਇਹਨਾਂ ਨੂੰ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਿਣ ਦਿੱਤਾ ਸੀ ਅਤੇ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਬਹਾਦਰ ਦੀ ਤਸਵੀਰ ਦੇਖ ਰਹੇ ਹੋ, ਜਿਨ੍ਹਾਂ ਨੇ ਕਿ ਨੰਦੇੜ ਸਾਹਿਬ ਤੋਂ ਪੰਜਾਬ ਆ ਕੇ ਮੁਗਲਾਂ ਦੇ ਵਿਰੁੱਧ ਸੰਘਰਸ਼ ਕੀਤਾ। ਅਤੇ ਆਓ ਬੱਚਿਓ, ਹੁਣ ਆਪਾਂ ਔਰੰਗਜ਼ੇਬ ਅਤੇ ਸਿੱਖਾਂ ਦੇ ਸੰਘਰਸ਼ ਬਾਰੇ ਪ੍ਰਸ਼ਨ ਉੱਤਰ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਪਹਿਲਾ ਪ੍ਰਸ਼ਨ, ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਆਪਸ਼ਨ ਨੇ 8ਵੇਂ, 9ਵੇਂ, 10ਵੇਂ ਜਾਂ 5ਵੇਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੀ ਕਿਸ ਨੀਤੀ ਦਾ ਵਿਰੋਧ ਕੀਤਾ? ਆਪਸ਼ਨ ਨੇ ਰਾਜਨੀਤੀ ਦਾ ਜਾਂ ਧਾਰਮਿਕ ਨੀਤੀ ਦਾ ਜਾਂ ਭੂਮੀ ਸੁਧਾਰ ਨੀਤੀ ਜਾਂ ਲਗਾਨ ਨੀਤੀ। ਪ੍ਰਸ਼ਨ ਨੰਬਰ 3, ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਥਾਂ ਸ਼ਹੀਦ ਕੀਤਾ? ਆਪਸ਼ਨ ਨੇ ਚਾਂਦਨੀ ਚੌਂਕ, ਗੋਲ ਚੌਂਕ, ਸਫਦਰ ਚੌਂਕ ਜਾਂ ਸ਼ਾਲੀਮਾਰ ਚੌਂਕ। ਪ੍ਰਸ਼ਨ ਨੰਬਰ 4, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਕੀਤੀ? ਆਪਸ਼ਨ ਨੇ 1698 ਈਸਵੀ ਜਾਂ 1699 ਈਸਵੀ ਜਾਂ 1700 ਈਸਵੀ ਅਤੇ ਜਾਂ 1701 ਈਸਵੀ। ਅਤੇ ਆਖਰੀ ਪ੍ਰਸ਼ਨ ਹੈ ਬੱਚਿਓ, ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ? ਆਪਸ਼ਨ ਨੇ ਭੰਗਾਣੀ, ਮੁਕਤਸਰ, ਚਮਕੌਰ ਸਾਹਿਬ ਜਾਂ ਮਾਛੀਵਾੜਾ। ਆਓ ਆਪਾਂ ਇਹਨਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੀ ਧਾਰਮਿਕ ਨੀਤੀ ਦਾ ਵਿਰੋਧ ਕੀਤਾ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਸਨ 1699 ਈਸਵੀ ਨੂੰ ਕੀਤੀ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ। ਅਗਲੀ ਪ੍ਰਸ਼ਨੋਤਰੀ ਨੂੰ ਵੀ ਤੁਸੀਂ ਬਹੁਤ ਧਿਆਨ ਨਾਲ ਸੁਣਨਾ ਹੈ ਅਤੇ ਉਸ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਨੀ ਹੈ। ਸਹੀ ਜਾਂ ਗਲਤ ਦੱਸੋ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਔਰੰਗਜ਼ੇਬ ਕੋਲ ਲਿਆਂਦਾ ਗਿਆ। ਕੀ ਇਹ ਸਹੀ ਹੈ ਜਾਂ ਗਲਤ? ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈਸਵੀ ਨੂੰ ਸ਼ਹੀਦ ਕੀਤਾ ਗਿਆ। ਸਹੀ ਜਾਂ ਗਲਤ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ। ਸਹੀ ਜਾਂ ਗਲਤ? ਛੋਟੇ ਸਾਹਿਬਜ਼ਾਦੇ ਵੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਸਨ। ਸਹੀ ਜਾਂ ਗਲਤ? ਬਹਾਦਰ ਸ਼ਾਹ ਦੇ ਸਿੱਖਾਂ ਨਾਲ ਸੰਬੰਧ ਮਿੱਤਰਤਾਪੂਰਨ ਸਨ। ਸਹੀ ਜਾਂ ਗਲਤ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਸਹੀ ਜਾਂ ਗਲਤ?
आओ उत्तर जानिए। श्री गुरु तेग बहादुर जी को गिरफ्तार करके औरंगजेब को लिया गया, गलत, क्योंकि वो खुद चल के गए सन। श्री गुरु तेग बहादुर जी को 11 नवंबर 1675 ईस्वी में शहीद किया गया, बिल्कुल सही। श्री गुरु गोबिंद सिंह जी ने सूरबीरता का जज्बा भरन लई खालसा पंथ की साजना की, बिल्कुल सही। छोटे साहिबजादे भी लड़ाई दे विच शहीद हो गए सन, गलत, क्योंकि उन्होंने नीहां विच चिणिया गया सी। बहादुर शाह के सिखां नाल संबंध मित्रतापूर्ण सन, बिल्कुल सही जवाब। श्री गुरु गोबिंद सिंह जी चमकौर की लड़ाई विच शहीद हो गए सन, गलत, क्योंकि श्री गुरु गोबिंद सिंह जी लड़ाई दे विच शहीद नहीं होए, सगों एक मुगल पठान ने धोखे नाल उन्हां दे पिठ पिछे खंजर दा वार करके उन्होंने सख्त जख्मी कर दिता गया सी, जिस जख्म की ताब ना चलते हुए श्री गुरु गोबिंद सिंह जी ज्योति जोत समा गए। आओ हुण आपां इस पाठ दे बिल्कुल आखिरी हिस्से वल चलते हाँ। औरंगजेब दे उत्तराधिकारी। औरंगजेब दे उत्तराधिकारी शासन प्रबंध चलाउण लई बहुत अयोग ਅਤੇ कमज़ोर सन। नतीजे वजों सन 1739 ईस्वी विच ईरान के शासक नादर शाह ने भारत उत्ते हमला कर दिता। ये हमला मुगलों लई बहुत खतरनाक सिद्ध होया, क्योंकि अफगानिस्तान दे एक राजा सी जिसका नाम सी अहमद शाह अब्दाली, ते उस अहमद शाह अब्दाली ने भी उस तो बाद भारत ते बहुत सारे हमले किए। बच्चों, मैनू पूर्ण आस है कि तुसी इस भाग नूं भी ध्यान नाल सुनिया होवेगा। ते आओ आपां औरंगजेब दे उत्तराधिकारियों बारे प्रश्न उत्तर हल करन दी कोशिश करते हाँ। खाली थावां भरो। औरंगजेब दे उत्तराधिकारी डैश अते डैश सन। नंबर 2, ईरान दे शासक का नाम डैश सी। नंबर 3, नादर शाह ने भारत ते डैश ईस्वी विच हमला कर दिता। नंबर 4, अहमद शाह अब्दाली डैश देश का शासक सी। नंबर 5, अहमद शाह अब्दाली ने भी डैश देश ते हमले किए। आओ आपां उत्तर जानने की कोशिश करिए। औरंगजेब के उत्तराधिकारी अयोग ते कमज़ोर सन। ईरान के शासक का नाम नादर शाह सी। नादर शाह ने भारत ते सन 1739 ईस्वी विच हमला कर दिता। अहमद शाह अब्दाली अफगानिस्तान देश का शासक सी। ते सब तो अखीर अहमद शाह अब्दाली ने भी भारत देश ते हमले किए। प्यारे बच्चों, मैनू पूरी आस ते उम्मीद है कि तुसी इस इतिहास के 7वीं क्लास के चौथे पाठ का मुगल साम्राज का बहुत ध्यान नाल वर्णन अते वेरवा सुनिया अते समझिया होवेगा। ते तुसी इसदी जो महत्वपूर्ण विषय आए ने उन्होंने आपो अपनी कापियां विच नोट भी किया होवेगा। तुहाडा सारिਆਂ ਦਾ बहुत बहुत शुक्रिया, बहुत बहुत धन्यवाद। मैं हरकेवल सिंह एस मास्टर सरकारी सीनियर सैकेंडरी स्कूल मल्लन, जिला श्री मुक्तसर साहिब, तुहाडे तो इजाज़त चाहुंदा हाँ। सत श्री अकाल।